Hello students. So our today's topic is some important definitions. ਸਭ ਤੋਂ ਪਹਿਲਾ ਹੈਗਾ relation. So what is relation? A database is a collection of related data organized in a manner. ਤੇ ਵੈਸੇ ਤਾਂ ਠੀਕ ਹੈ ਵੀ ਆਪਾਂ ਜਿਹੜਾ ਡਾਟਾ ਹੈਗਾ ਉਹ ਫਾਈਲਸ ਵਗੈਰਾ ਦੇ ਵਿੱਚ ਰੱਖਦੇ ਹੈਗੇ ਆ बट फाइल्स ਦੇ ਵਿੱਚ ਜਦ ਆਪਾਂ ਡਾਟਾ ਰੱਖਦੇ ਆ ਉਹ ਆਰਗੇਨਾਈਜ਼ਡ ਮੈਨਰ 'ਚ ਨਹੀਂ ਹੁੰਦਾ ਬਟ ਜਦ ਆਪਾਂ ਡਾਟਾਬੇਸ ਦੇ ਵਿੱਚ ਰੱਖਦੇ ਆ ਉਹ ਇੱਕ ਆਰਗੇਨਾਈਜ਼ਡ ਮੈਨਰ 'ਚ ਹੁੰਦਾ ਜਿਹੜਾ ਕਿ ਉਹਦੇ ਨਾਲ ਆਪਾਂ ਐਕਸੈਸ ਕਰ ਸਕਦੇ ਆ ਰਿਟਰੀਵ ਕਰ ਸਕਦੇ ਆ ਯੂਜ਼ ਔਰ ਮੇਨਟੇਨ ਕਰ ਸਕਦੇ ਆ ਡਾਟਾ ਨੂੰ ਵਿਦਿਨ ਦ ਡਾਟਾਬੇਸ data is organized into the data storage container called ਟੇਬਲ ਔਰ ਰਿਲੇਸ਼ਨ ਇੱਕ ਟੇਬਲ ਦੇ ਵਿੱਚ ਡਾਟਾ ਸਟੋਰ ਹੁੰਦਾ ਹੈਗਾ ਜਿਹਨੂੰ ਆ ਕੇ ਆਪਾਂ ਰਿਲੇਸ਼ਨ ਵੀ ਕਹਿੰਦੇ ਹੈਗੇ ਆ ਤਾਂ ਰਿਲੇਸ਼ਨ ਇਜ਼ ਮੇਡ ਅਪ ਆਫ ਕਾਲਮ ਔਰ ਰੋਜ਼ ਜਿਵੇਂ ਪਤਾ ਵੀ ਟੇਬਲਸ ਦਾ ਕਲੈਕਸ਼ਨ ਕੀ ਹੁੰਦੀ ਹੈ ਰੋ ਔਰ ਕਾਲਮਸ ਦੇਖੋ ਆ ਜਿਹੜੀ ਰੋ ਹੈ ਇਹਦੇ 'ਚ ਸੀਰੀਅਲ ਨੰਬਰ 1 ਹੈ ਨੇਮ ਏਕਮ ਕਲਾਸ ਫਸਟ ਕਲਾਸ ਦਾ ਸਟੂਡੈਂਟ ਹੈ ਰੋਲ ਨੰਬਰ 203 ਹੈ ਔਰ ਐਡਰੈਸ ਹੈ ਤੁਸੀਂ ਇਹ ਦੇਖੋ ਜਿਹੜੇ ਤਾਂ ਕਾਲਮਸ ਨੇ ਉਹਦੇ 'ਚ ਤਾਂ ਇਹ ਜਿਹੜੇ ਦਿੱਤੇ ਹੋਏ ਨੇ ਸੀਰੀਅਲ ਨੰਬਰ ਨੇਮ ਕਲਾਸ ਇਹ ਹੈਗੇ ਤੁਹਾਡੇ ਐਟਰੀਬਿਊਟਸ ਔਰ ਜਿਹੜਾ ਉਹਦੇ 'ਚ ਡਾਟਾ ਹੈਗਾ ਇਹ ਪੂਰਾ ਦਾ ਪੂਰਾ ਕੰਪਲੀਟ ਤੁਹਾਡਾ ਰਿਕਾਰਡ ਹੈ ਇਹਦੇ ਵਿੱਚ ਠੀਕ ਹੈ ਸੋ ਹੁਣ ਆਪਾਂ ਇਹਨੂੰ ਅੱਗੇ ਕਰਦੇ ਹਾਂ ਵਾਟ ਇਜ਼ ਐਂਟਿਟੀ ਐਨ ਐਂਟਿਟੀ ਇਜ਼ ਅ ਪਰਸਨ ਪਲੇਸ ਥਿੰਗ ਇਵੈਂਟ ਔਰ ਐਨੀ ਕੰਸੈਪਟ ਅੱਛਾ ਵਿਚ ਇਨਫੋਰਮੇਸ਼ਨ ਇਜ਼ ਰਿਕਾਰਡਿੰਗ ਜਿਹਦੇ ਰਿਗਾਰਡਿੰਗ ਆਪਾਂ ਇਨਫੋਰਮੇਸ਼ਨ ਰਿਕਾਰਡ ਕਰਦੇ ਹਾਂ ਜਿਵੇਂ ਅਗਰ ਇਹ ਉੱਪਰ ਵਾਲਾ ਜਿਹੜਾ ਟੇਬਲ ਹੈ ਉਹਦੇ 'ਚ ਕਿਹਦੀ ਇਨਫੋਰਮੇਸ਼ਨ ਸਟੋਰ ਹੋ ਰਹੀ ਹੈ ਇੱਕ ਸਟੂਡੈਂਟ ਦੀ ਸੋ ਸਟੂਡੈਂਟ ਇਜ਼ ਐਨ ਐਂਟਿਟੀ ਯਾਨੀ ਜਿਹੜਾ ਟੇਬਲ ਹੈਗਾ ਦੈਟ ਇਜ਼ ਅ ਐਂਟਿਟੀ ਹੁਣ ਇਹਦੇ ਬਹੁਤ ਸਾਰੇ ਐਗਜ਼ਾਮਪਲਸ ਨੇ ਹਾਲੇ ਤੱਕ ਆਪਾਂ ਇੱਕ ਕਾਲਜ ਦਾ ਕਹਿ ਲਓ ਕਿ ਡਾਟਾ ਮੇਨਟੇਨ ਕਰ ਰਹੇ ਸੀਗੇ ਤਾਂ ਉਹਦੇ 'ਚ ਸਟੂਡੈਂਟ ਆਪਣੀ ਐਂਟਿਟੀ ਹੈ ਠੀਕ ਹੈ ਟੀਚਰ ਐਂਟਿਟੀ ਹੈ ਲਾइब्रेरी ਦਾ ਰਿਕਾਰਡ ਮੇਨਟੇਨ ਕਰਨਾ ਆਫਿਸ ਦਾ ਰਿਕਾਰਡ ਮੇਨਟੇਨ ਕਰਨਾ ਇਹ ਸਾਰੀਆਂ ਆਪਣੀਆਂ ਕੀ ਹੈ ਐਂਟਿਟੀਜ਼ ਨੇ ਇਹਦੇ ਵਿੱਚ ਐਗਜ਼ਾਮਪਲ ਦਿੱਤੀ ਹੋਈ ਹੈ ਬੈਂਕਿੰਗ ਦੀ ਤਾਂ ਬੈਂਕਿੰਗ ਦੇ ਵਿੱਚ ਕਿਹੜੀ ਐਂਟਿਟੀਜ਼ ਹੋ ਗਈਆਂ ਕਸਟਮਰ ਹੋ ਗਏ ਠੀਕ ਹੈ ਬੈਂਕ ਅਕਾਊਂਟ ਹੋ ਗਿਆ ਐਵੇਂ ਵੇਅਰ ਹਾਊਸ ਦੇ ਵਿੱਚ ਐਗਜ਼ਾਮਪਲ ਦਾ ਆਪਾਂ ਦੇ ਸਕਦੇ ਹਾਂ ਸਪਲਾਇਰ ਪਾਰਟਸ ਅਤੇ ਸ਼ਿਪਮੈਂਟ ਦੀ ਐਟਰੀਬਿਊਟਸ ਜਿਹੜੇ ਹੁੰਦੇ ਨੇ ਜਿਵੇਂ ਹੁਣ ਆਪਾਂ ਸਟੂਡੈਂਟ ਦਾ ਕੀਤਾ ਹੈਗਾ ਟੇਬਲ ਦੇ ਵਿੱਚ ਜਿਹੜਾ ਸੀ ਰੋਲ ਨੰਬਰ ਹੁੰਦਾ ਨੇਮ ਹੁੰਦਾ ਇਹ ਸਾਰੇ ਐਡਰੈਸ ਡੇਟ ਆਫ ਬਰਥ ਜਾਂ ਕਲਾਸ ਇਹ ਸਾਰੇ ਹੁੰਦੇ ਨੇ ਆਪਣੇ ਐਟਰੀਬਿਊਟਸ ਠੀਕ ਹੈ ਇਹਦੇ ਵਿੱਚ ਕਰੈਕਟਰਿਸਟਿਕਸ ਮੰਨ ਲਓ ਹੈ ਨਾ ਐਂਟਿਟੀ ਦੀਆਂ ਕਰੈਕਟਰਿਸਟਿਕਸ ਜਿਹੜੀਆਂ ਹੁੰਦੀਆਂ ਨੇ ਉਹ ਹੁੰਦਾ ਐਟਰੀਬਿਊਟ ਜਿਵੇਂ ਇੱਕ ਹਾਊਸ ਦਾ ਅਗਰ ਆਪਾਂ ਐਂਟਿਟੀ ਲੈ ਕੇ ਚੱਲੀਏ ਤਾਂ ਉਹਦੀ ਐਟਰੀਬਿਊਟਸ ਕੀ ਹੋਣਗੇ ਸਾਈਜ਼ ਕਲਰ ਏਜ ਠੀਕ ਹੈ ਕਸਟਮਰ ਦੀ ਕੀ ਹੋਊਗੀ ਨੇਮ ਐਡਰੈਸ ਵਗੈਰਾ ਬੈਂਕ ਅਕਾਊਂਟ ਦਾ ਕੀ ਹੋਊਗਾ ਅਕਾਊਂਟ ਟਾਈਪ ਕੀ ਹੈ ਸੇਵਿੰਗ ਹੈ ਕਿ ਫਿਕਸਡ ਹੈ ਨੇਮ ਅਕਾਊਂਟ ਦਾ ਨਾਮ ਕੀ ਹੋਊਗਾ ਬੈਲੈਂਸ ਕੀ ਹੋਊਗਾ ਹੁਣ ਅੱਗੇ ਜਾ ਕੇ ਆਪਾਂ ਦੇਖਦੇ ਹਾਂ ਵੀ ਕਿ ਜਿਹੜੇ ਐਟਰੀਬਿਊਟਸ ਹੁੰਦੇ ਨੇ ਕਿਹੜੇ ਕਿਹੜੇ ਟਾਈਪ ਦੇ ਹੁੰਦੇ ਨੇ ਇੱਕ ਤਾਂ ਸਿੰਗਲ ਵੈਲਿਊਡ ਹੋ ਗਿਆ ਹਾਂ ਵੀ ਜਿਵੇਂ ਰੋਲ ਨੰਬਰ ਹੈਗਾ ਇੱਕ ਏਜ ਹੈਗੀ ਹੈ ਇਹ ਕੀ ਹੈਗੀ ਹੈ ਸਿੰਗਲ ਵੈਲਿਊਡ ਮਲਟੀ ਵੈਲਿਊਡ ਜਿਵੇਂ ਫੋਨ ਨੰਬਰ ਕਹਿ ਲਓ ਹੈ ਨਾ ਜਿਹਦੀ ਇੱਕ ਦੋ ਤਿੰਨ ਡਾਟਾਜ਼ ਨੂੰ ਮਿਲਾ ਕੇ ਸੈੱਟ ਬਣਦਾ ਆਪਾਂ ਫ਼ੋਨ ਨੰਬਰ ਕਿਉਂ ਕਹਿੰਦੇ ਆ ਪਹਿਲਾਂ ਕੰਟਰੀ ਕੋਡ ਲੱਗੂਗਾ ਫਿਰ ਅਗਰ ਲੈਂਡਲਾਈਨ ਹੈਗਾ ਤਾਂ ਉਹਦਾ ਜਿਹੜਾ ਵੀ ਉਹ ਸਿਟੀ ਕੋਡ ਹੈ ਉਹ ਲੱਗੇਗਾ ਕੰਪੋਜੀਸ਼ਨ ਐਟਰੀਬਿਊਟ ਜਿਹੜਾ ਹੁੰਦਾ ਹੈਗਾ ਜਿਵੇਂ ਐਡਰੈਸ ਹੈ ਐਡਰੈਸ ਦੇ ਵਿੱਚ ਤੁਸੀਂ ਦੇਖੋ ਕਿ ਕਿੰਨੇ ਸਾਰੇ ਇਕੱਠੇ ਹੋ ਕੇ ਲੱਗੇ ਐਟਰੀਬਿਊਟਸ ਹਾਊਸ ਨੰਬਰ ਸਿਟੀ ਸਟੇਟ ਅਤੇ ਪਿੰਨ ਕੋਡ ਇਹ ਚਾਰ ਚੀਜ਼ਾਂ ਨੂੰ ਮਿਲਾ ਕੇ ਕੀ ਬਣਦਾ ਤੁਹਾਡਾ ਐਡਰੈਸ ਅਤੇ ਇਹ ਤਿੰਨੋਂ ਟੌਪਿਕਸ ਮੈਂ ਇੱਕ ਵਾਰ ਦੁਬਾਰਾ ਰਿਪੀਟ ਕਰਦੀ ਹੈਗੀ ਆ ਸਿੰਗਲ ਵੈਲਿਊਡ ਕੀ ਹੋ ਗਿਆ ਜਿਹਦੀ ਸਿਰਫ ਇੱਕ ਵੈਲਿਊ ਹੋਵੇ ਮਲਟੀ ਵੈਲਿਊਡ ਕੀ ਹੋ ਗਿਆ ਐਨ ਐਟਰੀਬਿਊਟ ਵਿਚ ਹੈਵ ਦ ਸੈਟ ਆਫ ਵੈਲਿਊਜ਼ ਦ ਸੇਮ ਐਂਟਿਟੀ ਇਜ਼ ਨੋਨ ਐਜ਼ ਮਲਟੀ ਵੈਲਿਊਡ ਐਟਰੀਬਿਊਟ ਜਿਵੇਂ ਕਿ ਮੋਬਾਈਲ ਦਾ ਕਵਰ ਹੋ ਗਿਆ ਉਹ ਇੱਕ ਸੇਮ ਮੋਬਾਈਲ ਸਿਲਵਰ ਕਲਰ ਦਾ ਵੀ ਹੋ ਸਕਦਾ ਬਲੈਕ ਕਲਰ ਦਾ ਵੀ ਹੋ ਸਕਦਾ ਜਾਂ ਕਾਰ ਹੋ ਗਈ ਉਹਦੇ ਵੀ ਡਿਫਰੈਂਟ ਕਲਰਸ ਹੋ ਸਕਦੇ ਨੇ ਕੰਪੋਜ਼ਿਟ ਐਟਰੀਬਿਊਟਸ ਹੋ ਗਏ ਤੁਹਾਡੇ ਐਡਰੈਸ ਵਗੈਰਾ ਦੀ ਐਗਜ਼ਾਮਪਲ ਹੈ ਜਿਵੇਂ ਅਤੇ ਜਿਹੜੀ ਫੋਨ ਦੇ ਆਪਾਂ ਕਲੈਕਸ਼ਨ ਦੀ ਗੱਲ ਕਰ ਰਹੇ ਸੀਗੇ ਫੋਨ ਨੰਬਰ ਦੀ ਉਹ ਇਹਦੇ ਵਿੱਚ ਆਏਗੀ ਕੰਪੋਜ਼ਿਟ ਐਟਰੀਬਿਊਟ ਦੇ ਵਿੱਚ ਨਾ ਕਿ ਮਲਟੀ ਵੈਲਿਊਡ 'ਚ ਸਿੰਪਲ ਐਟਰੀਬਿਊਟ ਜਿਹੜਾ ਹੈਗਾ ਦ ਐਟਰੀਬਿਊਟ ਵਿੱਚ
cannot be divided into smaller parts is called simple or atomic attributes। ਜਿਹੜੇ ਆਪਾਂ ਸਿੰਪਲ ਐਟਰੀਬਿਊਟ ਉਹ ਹੁੰਦਾ ਜਿਹੜੇ ਅੱਗੇ ਜਾ ਕੇ ਆਪਾਂ ਉਹ ਐਟਰੀਬਿਊਟਸ ਨੂੰ ਫਾਰਵਰਡ ਅੱਗੇ ਡਿਵਾਈਡ ਨਹੀਂ ਕਰ ਸਕਦੇ। ਡਰਾਈਵਡ ਹੁੰਦਾ ਜਿਹੜਾ ਇੱਕ ਐਟਰੀਬਿਊਟ ਤੋਂ ਦੂਜਾ ਐਟਰੀਬਿਊਟ ਡਰਾਈਵ ਕੀਤਾ ਜਾਂਦਾ, ਜਿਵੇਂ ਡੇਟ ਆਫ ਬਰਥ ਤੋਂ ਉਹਦੀ ਪ੍ਰੈਜੈਂਟ ਏਜ ਜਿਹੜੀ ਹੈਗੀ ਹੈ ਉਹ ਆਪਾਂ ਡਰਾਈਵ ਕਰ ਸਕਦੇ ਹੈਗੇ ਆ। ਡੇਟ ਆਫ ਬਰਥ ਦੇ ਤੋਂ ਤੇ ਏਜ ਪਤਾ ਚੱਲ ਜਾਂਦੀ ਹੈ। ਹੁਣ ਐਂਟੀਟੀ ਟਾਈਪ ਇਜ਼ ਡਿਵਾਈਡਡ ਐਜ਼ ਅ ਕਲੈਕਸ਼ਨ ਆਫ ਐਂਟਰੀਜ਼ ਦੈਟ ਹੈਵ ਦ ਸੇਮ ਐਟਰੀਬਿਊਟ। ਫॉर एग्जांपल ਇੰਪਲੋਈ ਨਾ ਡਾਟਾਬੇਸ, ਇੰਪਲੋਈ ਦੇ ਐਟਰੀਬਿਊਟਸ ਕਿਹੜੇ ਕਿਹੜੇ ਹੋਣਗੇ? ਸਭ ਦੇ ਨਾਮ ਹੋਣਗੇ, ਏਜ ਹੋਊਗੀ, ਪੇ ਹੋਊਗੀ, ਠੀਕ ਹੈ। ਟਿਊਪਲ ਹੁੰਦੀ ਹੈ ਤੁਹਾਡੀ ਰੋ, ਜਿਵੇਂ ਕਿ ਆਹ ਹੈਗੀ ਹੈ 1 ਨੰਬਰ 'ਤੇ ਆਰਾਮ, ਉਹਦੀ ਬੇਸਿਕ ਪੇ ਹੈਗੀ ਹੈ 8000, ਡੀਏ ਹੈਗਾ 2500, HRA 1000 ਅਤੇ ਟੋਟਲ ਉਹਦੀ 11500 ਸੈਲਰੀ ਬਣਦੀ ਹੈਗੀ ਹੈ, ਠੀਕ ਹੈ। ਅਤੇ ਇਹ ਕੀ ਹੈ? ਇੱਕ ਰੋ। ਅਤੇ ਇਹਦੇ ਵਿੱਚ ਕਿੰਨੀਆਂ ਰੋਜ਼ ਨੇ ਇਸ ਟੇਬਲ 'ਚ ਇੰਪਲੋਈ ਦੇ? 4 ਰੋਜ਼। ਠੀਕ ਹੈ, ਇਹ ਹੋ ਗਿਆ ਤੁਹਾਡਾ ਟੇਬਲ। ਇਹ ਦੁਬਾਰਾ ਫੇਰ ਰਿਪੀਟ ਕੀਤਾ ਗਿਆ। ਸੋ ਹੇਅਰ ਆਰ ਦ ਟਿਊਪਲਸ। ਡੋਮੇਨ ਕੀ ਹੁੰਦਾ ਹੈਗਾ ਵੀ, ਜਿਵੇਂ ਆਪਾਂ ਕਹਿੰਦੇ ਸੀਰੀਅਲ ਨੰਬਰ ਹੈ, ਇਹਦੇ ਵਿੱਚ ਕੀ ਹੈ? ਸਿਰਫ ਨੰਬਰਸ ਹੀ ਆ ਸਕਦੇ ਨੇ। ਨੇਮ ਹੈ, ਨੇਮ ਦੇ ਵਿੱਚ ਸਿਰਫ ਅਲਫਾਬੈਟਸ ਹੀ ਆ ਸਕਦੇ ਨੇ। ਐਵੇਂ ਬੇਸਿਕ ਪੇ ਦੇ ਵਿੱਚ ਕਹਿ ਲਓ ਫਲੋਟ ਵੈਲਿਊ ਆ ਸਕਦੀ ਹੈਗੀ। ਤਾਂ ਸੈਟ ਆਫ ਆਲ ਪੋਸੀਬਲ ਵੈਲਿਊਜ਼ ਆਫ ਐਟਰੀਬਿਊਟ ਇਜ਼ ਕਾਲਡ ਅ ਡੋਮੇਨ ਜੀ। ਜਿਹੜੀ ਇਸ ਡੋਮੇਨ ਦਾ ਮਤਲਬ ਹੈ ਜਿਹੜੀਆਂ ਵੈਲਿਊਜ਼ ਆਪਾਂ ਦੇ ਸਕਦੇ ਹਾਂ। ਜਿੱਥੇ ਸੀਰੀਅਲ ਨੰਬਰ ਹੈ ਉੱਥੇ ਆਪਾਂ ਅਲਫਾਬੈਟਿਕਸ ਨਹੀਂ ਦੇ ਸਕਦੇ, ਜਿੱਥੇ ਨੇਮ ਹੈ ਉੱਥੇ ਆਪਾਂ ਨਿਊਮੈਰਿਕ ਵੈਲਿਊ ਨਹੀਂ ਦੇ ਸਕਦੇ। ਅਤੇ ਇਹ ਉਹ ਪਹਿਲਾਂ ਹੀ ਡਿਸਕਰਾਈਬ ਕਰਤਾ ਵੀ ਜਿਹੜਾ ਸੀਰੀਅਲ ਨੰਬਰ ਹੈ ਉਹ ਇੰਟੀਜਰ ਹੋਊਗਾ, ਜਾਂ ਨੇਮ ਜਿਹੜਾ ਹੈਗਾ ਉਹ ਵੈਰਕੈਰ ਹੋਊਗਾ। ਵੈਰਕੈਰ ਮਤਲਬ ਕਰੈਕਟਰਸ ਦਾ ਹੋਊਗਾ। ਸੋ ਕਾਰਡੀਨੈਲਿਟੀ ਨੰਬਰ ਆਫ ਟਿਊਪਲ ਇਨ ਦ ਰਿਲੇਸ਼ਨ ਇਜ਼ ਕਾਲਡ ਕਾਰਡੀਨੈਲਿਟੀ ਆਫ ਦ ਰਿਲੇਸ਼ਨ। ਸੋ ਵਾਟ ਇਜ਼ ਦ ਕਾਰਡੀਨੈਲਿਟੀ ਆਫ ਦ ਰਿਲੇਸ਼ਨ? ਜਿੰਨੀਆਂ ਰੋਜ਼ ਨੇ, ਨੰਬਰ ਆਫ ਟਿਊਪਲਸ। ਡਿਗਰੀ ਕਿੰਨੀ ਹੋਇਆ? ਜਿੰਨੇ ਕਾਲਮਸ ਨੇ, ਯਾਨੀ ਜਿੰਨੇ ਨੰਬਰ ਆਫ ਐਟਰੀਬਿਊਟਸ ਨੇ। ਅਤੇ ਤੁਹਾਨੂੰ ਇਹ ਸਮਝਣਾ ਪਏਗਾ ਰੋਜ਼ ਨੂੰ ਆਪਾਂ ਕੀ ਕਹਿੰਦੇ ਹੈਗੇ ਆ? ਰੋਜ਼ ਨੂੰ ਕਹਿੰਦੇ ਆ ਟਿਊਪਲ। ਐਟਰੀਬਿਊਟਸ ਨੂੰ ਕੀ ਕਹਿੰਦੇ ਆ ਆਪਾਂ? ਕਾਲਮਸ। ਕਾਲਮਸ ਨੂੰ ਐਟਰੀਬਿਊਟਸ। ਨੰਬਰ ਆਫ ਟਿਊਪਲਸ ਇਜ਼ ਕਾਰਡੀਨੈਲਿਟੀ, ਨੰਬਰ ਆਫ ਕਾਲਮਸ ਇਜ਼ ਡਿਗਰੀ। ਹੁਣ ਅੱਗੇ ਆਪਾਂ ਚੱਲਦੇ ਹੈਗੇ ਆ ਕੰਸੈਪਟ ਆਫ ਕੀ ਦੇ। ਅਤੇ ਕੀ ਜਿਹੜੀ ਹੁੰਦੀ ਹੈਗੀ ਇਜ਼ ਦਾ ਸਿੰਗਲ ਐਟਰੀਬਿਊਟ ਔਰ ਕੰਬੀਨੇਸ਼ਨ ਆਫ 2 ਔਰ ਮੋਰ ਐਟਰੀਬਿਊਟਸ ਆਫ ਐਂਟੀਟੀ ਸੈਟ ਵਿਚ ਇਜ਼ ਯੂਜ਼ ਟੂ ਆਈਡੈਂਟੀਫਾਈ 1 ਔਰ ਮੋਰ ਇੰਸਟੈਂਸ ਆਫ ਅ ਸੈਟ। ਜਿਵੇਂ ਕਿ ਰੋਲ ਨੰਬਰ ਹੋ ਗਿਆ, ਇਹ ਆਪਣਾ ਕੀ ਹੈਗਾ? ਸਟੂਡੈਂਟ ਰਿਲੇਸ਼ਨ ਦੇ ਵਿੱਚ ਇਜ਼ ਕੀ ਆਫ ਐਂਟੀਟੀ ਸੈਟ। ਅਤੇ ਹੁਣ ਆਪਾਂ ਡਿਫਰੈਂਟ ਟਾਈਪਸ ਆਫ ਕੀਜ਼ ਕਰਾਂਗੇ। ਪ੍ਰਾਇਮਰੀ ਕੀ, ਫੋਰਨ ਕੀ, ਸੁਪਰ ਕੀ, ਆਲਟਰਨੇਟ ਕੀ ਅਤੇ ਕੈਂਡੀਡੇਟ ਕੀ। ਪ੍ਰਾਇਮਰੀ ਕੀ ਹੁੰਦਾ ਹੈਗਾ? ਜਿਹੜੀ ਕਿ ਹੁਣ ਆਪਾਂ ਕਹਿੰਦੇ ਹਾਂ ਵੀ 4 ਰੋਜ਼ ਨੇ, ਤਾਂ ਉਹਨੂੰ ਯੂਨੀਕਲੀ ਆਈਡੈਂਟੀਫਾਈ ਕੌਣ ਕਰੇਗਾ? ਉਹ ਆਪਾਂ ਕੀ ਪ੍ਰਾਇਮਰੀ ਕੀ ਦੇ ਦਿੰਦੇ ਹਾਂ। ਫੋਰ ਐਗਜ਼ਾਮਪਲ ਸਟੂਡੈਂਟਸ ਦੇ ਵਿੱਚ ਕੀ ਹੁੰਦਾ? ਰੋਲ ਨੰਬਰ। ਰੋਲ ਨੰਬਰ ਇਜ਼ ਅ ਪ੍ਰਾਇਮਰੀ ਕੀ। ਤਾਂ ਉਹ ਰੋਲ ਨੰਬਰ ਨੂੰ ਤੁਸੀਂ ਕੀ ਦੇ ਦੋਗੇ? ਪ੍ਰਾਇਮਰੀ ਕੀ। ਜਿਹੜੀ ਕਿ ਦ ਪ੍ਰਾਇਮਰੀ ਕੀ ਸ਼ੁੱਡ ਬੀ ਚੂਜ਼ਨ ਇਨ ਸੱਚ ਅ ਵੇ ਦੈਟ ਇਟਸ ਵੈਲਿਊ ਮਸਟ ਨਾਟ ਚੇਂਜ। ਅਗਰ ਇੱਕ ਵਾਰ ਜਿਹਨੂੰ ਜਿਹੜਾ ਰੋਲ ਨੰਬਰ ਅਲਾਟ ਹੋ ਗਿਆ ਉਹ ਚੇਂਜ ਨਾ ਹੋ ਸਕੇ। ਮੇਨਲੀ ਪ੍ਰਾਇਮਰੀ ਕੀ ਇਜ਼ ਦ ਯੂਨੀਕ ਵੈਲਿਊ। ਨਾ ਦੇਖੋ ਰਾਮ 2 ਵਾਰ ਆ ਗਿਆ ਨੇਮ, ਬਟ ਰੋਲ ਨੰਬਰ ਪਹਿਲੇ ਵਾਲੇ ਰਾਮ ਦਾ 9102 ਹੈ ਅਤੇ ਦੂਜੀ ਵਾਰ ਵਾਲੇ ਰਾਮ ਦਾ 9106 ਹੈਗਾ। ਅੱਗੇ ਹੁਣ ਆ ਜਾਓ ਫੋਰਨ ਕੀ। ਫੋਰਨ ਕੀ ਹੁੰਦੀ ਹੈਗੀ ਹੈ ਵੀ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਵੀ ਜਿਵੇਂ ਆਪਾਂ ਕਾਲਜ ਦੇ ਹੀ ਬਣਾਇਆ ਡੇਟਾਬੇਸ, ਉਹਦੇ ਵਿੱਚ ਇੱਕ ਟੇਬਲ ਆਪਾਂ ਲੈ ਲਿਆ ਆਫਿਸ ਦਾ, ਇੱਕ ਟੇਬਲ ਆਪਾਂ ਲੈ ਲਿਆ ਲਾਇਬ੍ਰੇਰੀ ਦਾ। ਜਦ ਆਫਿਸ ਦੇ ਵਿੱਚ ਬੱਚੇ ਦੀ ਐਡਮਿਸ਼ਨ ਹੋਏਗੀ ਫਿਰ ਹੀ ਉਹ ਲਾਇਬ੍ਰੇਰੀ ਦਾ ਕਾਰਡ ਬਣਾ ਸਕਦਾ ਹੈ ਨਾ, ਤਾਂ ਕਿ ਉਹ ਬੁੱਕਸ ਇਸ਼ੂ ਔਰ ਰਿਟਰਨ ਕਰ ਸਕੇ। ਜਦ ਤੱਕ ਉਹ ਉਸ ਟੇਬਲ ਦੇ ਵਿੱਚ ਯਾਨੀ ਆਫਿਸ ਦੇ ਵਾਲੇ ਟੇਬਲ 'ਚ ਉਹਦੀ ਐਂਟਰੀ ਨਹੀਂ ਹੁੰਦੀ, ਉਦੋਂ ਤੱਕ ਲਾਇਬ੍ਰੇਰੀ ਵਾਲੇ ਟੇਬਲ 'ਚ ਐਂਟਰੀ ਨਹੀਂ ਹੋ ਸਕਦੀ ਹੈਗੀ। ਤਾਂ ਇਹ ਇੱਕ ਰਿਲੇਸ਼ਨ ਹੈ ਕਿ ਉਹਦੇ ਵਿੱਚ ਆਫਿਸ ਵਾਲੇ ਟੇਬਲ ਦੇ ਵਿੱਚ ਤਾਂ ਉਹਦਾ ਰੋਲ ਨੰਬਰ ਹੋਊਗਾ ਯੂਨੀਕ ਕੀ ਯਾਨੀ ਪ੍ਰਾਇਮਰੀ ਕੀ, ਮਗਰ ਪ੍ਰਾਇਮਰੀ ਕੀ ਹੋਊਗਾ ਔਰ ਜਿਹੜਾ ਲਾਇਬ੍ਰੇਰੀ ਵਾਲਾ ਟੇਬਲ ਹੈ ਉਹਦੇ 'ਚ ਜਾ ਕੇ ਉਹੀ ਰੋਲ ਨੰਬਰ ਕੀ ਬਣ ਜਾਊਗਾ ਫੋਰਨ ਕੀ। ਬਟ ਇਟ ਮੀਨਸ ਦੈਟ ਫੋਰਨ ਕੀ ਇਟ ਸ਼ੁੱਡ ਬੀ ਪ੍ਰੈਜੈਂਟ ਇਨ ਦ ਪ੍ਰੀਵੀਅਸ ਟੇਬਲ। ਇਹ ਤੁਹਾਡਾ ਮੈਂ ਕਾਲਜ ਦਾ ਐਗਜ਼ਾਮਪਲ ਲੈ ਕੇ ਚੱਲੀ ਸੀ। ਹੁਣ ਇਹਦੇ 'ਚ ਐਗਜ਼ਾਮਪਲ ਹੈਗਾ
परचेज ते आइटम का देखो ये आइटम जी हैगी सपोज आप कोई भी साइकिल की गल कर लो भी एक साइकिल का आइटम कोड होगी वह एक 10,000 का साइकिल है तो 10,000 का साइकिल आइटम क्वांटिटी जिमें 10 साइकिल मंगाने ने ठीक है। जब आपने परचेज करना है परचेज का एक अलग टेबल है परचेज ID चलो सब टेबल के एक यूनीक ID वाला एट्रीब्यूट रखना ही पैंदा है। परचेज डाटा ठीक है और आइटम कोड जिमें ये अगर 10 साइकिल ने पहला साइकिल जिमें 3 साइकिल लिखते 1 2 3 पहले का 10,000 दूजे का 15,000 तीजे का 20,000 तो जी आइटम क्वालिटी है कि सपोज 10,000 वाली बिना गेयरां दी है दूजी वाली गेयरां वाली है तीजी वाली ब्रेकां दी भी है ना तो 3 क्वालिटीज़ अड हो गई। तो जब उन्होंने परचेज करन लगे तो आप जो आइटम कोड है जी भी आप अगर पहला वाला साइकिल परचेज करना है तो इतने 1 आ जाऊगा बट इतने 1 भी आ सकता है 2 भी आ सकता है 3 भी आ सकता है बट 4 नहीं आ सकता क्यों क्योंकि वो कोल आइटम 4 है ही नहीं वो कोल चौथा साइकिल है ही नहीं जो कोल 3 तरह के ही साइकिल है तो वो ही परचेज हो सकती है। इसलिए हुण इत्थे जाके ये परचेज के आइटम कोड की हो जाएगा फॉरन की दैट मीनस भी ये वैल्यू प्राइमरी की वाले च होनी प्रेजेंट होनी ज़रूरी है। Okay, so this is a foreign key. Foreign key is a combination of one or more columns and tables that is reference to a primary key in the another table. जिहड़ा कि तुहाडा हो जाऊगा child table. So foreign key is a key that is acting as a primary key in the table is acting as non-primary key in another table. Foreign key वो है एक जगह तो primary key है दूजी जगह वो non-primary key है। तो ये तुसी एग्जाम्पल कर लियो ठीक है मैं तुहानू समझाता सीगा ये। तो सुपर की जिहड़ा हैगा इट इज़ अ सैट ऑफ वन और मोर एट्रीब्यूट्स टेकन कलैक्टिवली allow us to identify uniquely an entity in a set entity set. It has a property of uniqueness and necessary irreducibility. एक तो सुपर की दे विच दो प्रॉपर्टीज़ होंदियां ने एक तो यूनीकनेस ने एक इरेड्यूकेबिलिटी दी। सो यूनीकनेस है नो लीगल वैल्यू इन अ रिलेशन एवर कंटेन्स 2 डिफरेंट ट्यूपल्स with the same value of the attribute। जे दो ट्यूपल्स दो रोज़ दियाँ वैल्यू सेम होणगियां तो फिर वो यूनीक तो होणगियां नहीं है ना। तो अगर आप कुछ उन्होंने एट्रीब्यूट्स का कॉलम्स दे के देखिए तो कुछ ना कुछ तो एजी वैल्यू होगी जी एक दूजे नाल मैच ना करती होवे ते रो नू यूनीक शो करती होवे ओहदा सैट सुपर की हो जाता है। इरिड्यूसिबिलिटी नो प्रॉपर सबसैट ऑफ एट्रीब्यूट हैज़ द यूनीकनेस प्रॉपर्टी। तो एक कोई भी एज अ प्रॉपर सबसैट मतलब 3-4 एट्रीब्यूट्स अगर वो 5 एट्रीब्यूट्स हैं तो वह सबसैट की होगा या 2 एट्रीब्यूट्स या 3 एट्रीब्यूट्स या 4 एट्रीब्यूट्स का सबसैट जिहड़ा हैगा दैट हैज़ द यूनीकनेस प्रॉपर्टी। सो व्हाट इज़ द सबसेट सुपरसेट ऑफ अ कैंडिडेट की इज़ द सुपर की। Alternate key rest of the candidate key after selecting the primary key is called alternate key। प्राइमरी की भी सिलेक्ट होगी कैंडिडेट की भी सिलेक्ट होगी तो फिर जी रहेगी वो की होगी थोड़ी अल्टरनेट की। जिमें इफ रोल नंबर एंड नेम कॉम्बीनेशन इज़ अ कैंडिडेट की जिमें एक स्टूडेंट का रोल नंबर तो नेम का कॉम्बीनेशन कैंडिडेट की है तो रोल नंबर तो प्राइमरी की है दैन अदर की कैंडिडेट की इज़ योर अल्टरनेट की। हाँ जी हुण आ गया तो कैंडिडेट की आर दोज एट्रीब्यूट्स ऑफ ए रिलेशन विच हैव द प्रॉपर्टी ऑफ यूनीकनेस एंड इरिड्यूसिबिलिटी। So let X be a relation, a set of all attributes of X has uniqueness, meaning that any given time no tuple of the value of X at that time are duplicate of one another। दो रोज ਜਿਹੜੀਆਂ ਨੇ ਉਹ सेम नहीं होणगियां duplicate नहीं होणगियां। So let S of the set attribute of the relation X, then X is the candidate if it possesses both the following properties। तो दो रो सेम नहीं होणगियां ਉਹਦੇ ਵਾਸਤੇ एक तो यह है भी यूनीकनेस मेनटेन होएगी एक इरिड्यूसिबिलिटी मेनटेन होएगी।
ਹੁਣ ਆ ਗਈ ਤੁਹਾਡੀ ਯੂਨੀਕ ਕੀ ਮਤਲਬ ਵੀ ਇਹਦੇ ਵਿੱਚ ਵੀ ਆਪਾਂ ਦੋ ਸੇਮ ਵੈਲਿਊਜ਼ ਨਹੀਂ ਲੈ ਸਕਦੇ ਹੈਗੇ ਤੇ ਪ੍ਰਾਇਮਰੀ ਕੀ ਤਾਂ ਹੋਏਗੀ, ਮਗਰ ਇਹਦੇ ਵਿੱਚ ਕੀ ਹੁੰਦਾ ਪ੍ਰਾਇਮਰੀ ਕੀ ਤੇ ਯੂਨੀਕਨੈਸ 'ਚ ਇਹ ਫਰਕ ਹੈ ਵੀ ਪ੍ਰਾਇਮਰੀ ਕੀ 'ਚ ਨੋਟ ਨਲ ਵੈਲਿਊ ਹੁੰਦੀ ਹੈ, ਮਤਲਬ ਖਾਲੀ ਆਪਾਂ ਨਹੀਂ ਛੱਡ ਸਕਦੇ, ਪ੍ਰਾਇਮਰੀ ਕੀ ਨੂੰ ਆਪਾਂ ਖਾਲੀ ਵੀ ਨਹੀਂ ਛੱਡ ਸਕਦੇ, ਉਹਦੀ ਕੋਈ ਨਾ ਕੋਈ ਵੈਲਿਊ ਦੇਣੀ ਜ਼ਰੂਰੀ ਹੈ, ਬਟ ਯੂਨੀਕ ਕੀ ਨੂੰ ਆਪਾਂ ਨਲ ਦੇ ਸਕਦੇ ਹਾਂ, ਖਾਲੀ ਛੱਡ ਸਕਦੇ ਹਾਂ। ਸੋ ਦਿਸ ਇਜ਼ ਦ ਮੇਨ ਡਿਫਰੈਂਸ ਬਿਟਵੀਨ ਪ੍ਰਾਇਮਰੀ ਕੀ ਐਂਡ unique key. So these were the keys and we have finished this chapter. I hope you all have understood this chapter.